ਦੋਸਤੋ, ਮੇਰਾ ਨਾਮ ਪਰੀ ਹੈ ਅਤੇ ਮੇਰੀ ਉਮਰ 26 ਸਾਲ ਹੈ। ਮੈਂ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਰਹਿੰਦੀ ਹਾਂ। ਮੈਂ ਇੱਥੇ ਪਿਛਲੇ 4 ਸਾਲਾਂ ਤੋਂ ਇਕੱਲੀ ਰਹੀ ਹਾਂ। ਮੇਰਾ ਵੀ ਕਦੇ ਇੱਕ ਪਰਿਵਾਰ ਸੀ ਜਿਸ ਲਈ ਮੈਂ ਆਪਣੀ ਜਾਨ ਕੁਰਬਾਨ ਕਰ ਦਿੰਦੀ ਸੀ, ਪਰ ਮੇਰੀ ਇੱਕ ਲਾਪਰਵਾਹੀ ਕਾਰਨ ਮੈਂ ਆਪਣਾ ਪਰਿਵਾਰ ਗਵਾ ਬੈਠੀ ਸੀ। ਕਈ ਵਾਰ ਹਾਲਾਤ ਇੰਨੇ ਔਖੇ ਹੋ ਜਾਂਦੇ ਹਨ ਕਿ ਤੁਹਾਡੇ ਵੱਸ ਤੋਂ ਬਾਹਰ ਹੋ ਜਾਂਦੇ ਹਨ। ਭਾਵੇਂ ਤੁਸੀਂ ਕੁਝ ਸਹੀ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਹ ਹਮੇਸ਼ਾ ਹੀ ਗਲਤ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਹਾਲਾਤ ਤੁਹਾਡੇ ਵਿਰੁੱਧ ਵੀ ਹੁੰਦੇ ਹਨ। ਮੇਰੀ ਵੀ ਕਹਾਣੀ ਇਸੇ ਤਰ੍ਹਾਂ ਦੀ ਹੈ। ਮੈਂ 3 ਸਾਲ ਦੀ ਸੀ ਜਦੋਂ ਮੇਰੇ ਮਾਤਾ ਪਿਤਾ ਵੱਖ ਹੋ ਗਏ ਸੀ। ਮੰਮੀ ਕਿਸੇ ਹੋਰ ਨੂੰ ਪਸੰਦ ਕਰਦੀ ਸੀ, ਪਰ ਨਾਨਾ ਜੀ ਨੇ ਜ਼ਬਰਦਸਤੀ ਉਸ ਦਾ ਵਿਆਹ ਮੇਰੇ ਪਿਤਾ ਜੀ ਨਾਲ ਕਰਵਾ ਦਿੱਤਾ। ਸਭ ਦਾ ਮੰਨਣਾ ਸੀ ਕਿ ਮਾਂ ਵਿਆਹ ਤੋਂ ਬਾਅਦ ਸਭ ਕੁਝ ਭੁੱਲ ਜਾਵੇਗੀ, ਪਰ ਮਾਂ ਕੁਝ ਨਾ ਭੁੱਲੀ। ਲੁਕ-ਛਿਪ ਉਹਨਾਂ ਨਾਲ ਉਹਨਾਂ ਦਾ ਰਿਸ਼ਤਾ ਕਾਇਮ ਰਹਾ। ਮੇਰੇ ਜਨਮ ਬਾਅਦ ਵੀ ਉਸਨੇ ਮੇਰੀ ਦੇਖਭਾਲ ਨਹੀਂ ਕੀਤੀ। ਉਹ ਮੇਰੇ ਰੋਣ ਜਾਂ ਹੱਸਣ ਦੀ ਪਰਵਾਹ ਨਾ ਕਰਦੇ ਹੋਏ ਮੈਨੂੰ ਇੱਕ ਥਾਂ 'ਤੇ ਛੱਡ ਕੇ ਇੱਧਰ ਉੱਧਰ ਘੁੰਮਦੀ ਰਹਿੰਦੀ। ਸ਼ੁਕਰ ਸੀ ਇਸ ਘਰ ਵਿੱਚ ਮੇਰੀ ਚਾਚੀ ਮੌਜੂਦ ਸੀ, ਜੋ 1 ਮਿੰਟ ਲਈ ਵੀ ਮੇਰਾ ਰੋਣਾ ਬਰਦਾਸ਼ਤ ਨਹੀਂ ਕਰਦੀ ਸੀ। ਮੈਨੂੰ ਚੁੱਕ ਕੇ ਆਪਣੇ ਨਾਲ ਲੈ ਜਾਂਦੀ ਸੀ। ਉਹਨਾਂ ਨੇ ਮੇਰੀ ਮਾਂ ਵਾਂਗ ਦੇਖਭਾਲ ਕੀਤੀ। ਪਾਪਾ ਨੂੰ ਮੰਮੀ ਦੀਆਂ ਸਾਰੀਆਂ ਹਰਕਤਾਂ ਦਾ ਪਤਾ ਸੀ। ਉਹਨਾਂ ਨੇ ਮਾਂ ਨੂੰ ਮਨਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ, ਪਰ ਮਾਂ ਉਹਨਾਂ ਨਾਲ ਨਹੀਂ ਰਹਿਣਾ ਚਾਹੁੰਦੀ ਸੀ। ਉਹ ਸਿਰਫ ਮੌਕਾ ਲੱਭ ਰਹੀ ਸੀ। ਇੱਕ ਦਿਨ ਉਸ ਨੂੰ ਮੌਕਾ ਮਿਲਿਆ। ਉਸੇ ਰਾਤ ਪਿਤਾ ਜੀ ਕਿਸੇ ਜ਼ਰੂਰੀ ਕੰਮ ਵਿੱਚ ਫਸ ਗਏ ਅਤੇ ਥੋੜ੍ਹੀ ਦੇਰ ਨਾਲ ਘਰ ਵਾਪਸ ਆਏ। ਫਿਰ ਮਾਂ ਪਿਤਾ ਜੀ ਦੇ ਸਾਹਮਣੇ ਖੜੀ ਹੋ ਗਈ ਤੇ ਚਿਲਾ ਕੇ ਪਾਪਾ ਜੀ 'ਤੇ ਦੋਸ਼ ਲਾਉਣ ਲੱਗੀ। ਪਾਪਾ ਨੇ ਆਪਣੇ ਆਪ ਨੂੰ ਬਹੁਤ ਕਾਬੂ ਕੀਤਾ, ਪਰ ਸ਼ਾਇਦ ਸਮਾਂ ਖਤਮ ਹੋ ਗਿਆ ਸੀ। ਪਾਪਾ ਦੀ ਸਾਰੀ ਬਰਦਾਸ਼ਤ ਦੀ ਹੱਦ ਹੁਣ ਖਤਮ ਹੋ ਚੁੱਕੀ ਸੀ। ਤਾਂ ਪਾਪਾ ਨੇ ਖੜੇ ਮੇਰੀ ਮਾਂ ਨੂੰ ਇਹ ਕਹਿ ਦਿੱਤਾ ਕਿ ਮੈਂ ਤੈਨੂੰ ਤਲਾਕ ਦੇਣਾ। ਇੰਜ ਲੱਗ ਰਿਹਾ ਸੀ ਜਿਵੇਂ ਮੰਮੀ ਪਹਿਲਾਂ ਹੀ ਤਿਆਰ ਖੜੀ ਸੀ। ਉਸਨੇ ਝੱਟ ਆਪਣਾ ਸਮਾਨ ਬੰਨ੍ਹ ਲਿਆ ਤੇ ਘਰੋਂ ਚਲੀ ਗਈ। ਇਸ ਫੈਸਲੇ ਤੋਂ ਦੋਹਾਂ ਨੂੰ ਬਹੁਤ ਰਾਹਤ ਮਿਲੀ, ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਦਾ ਇਹ ਫੈਸਲਾ ਮੇਰੇ ਜੀਵਨ 'ਤੇ ਕਿੰਨਾ ਮਾੜਾ ਅਸਰ ਪਾਵੇਗਾ। ਮੇਰੀ ਸਾਰੀ ਜ਼ਿੰਮੇਵਾਰੀ ਆਂਟੀ 'ਤੇ ਆ ਗਈ, ਜਿਸ ਕਾਰਨ ਆਂਟੀ ਦੀ ਆਪਣੀ ਜ਼ਿੰਦਗੀ ਖਰਾਬ ਹੋ ਰਹੀ ਸੀ। 3 ਸਾਲ ਬਾਅਦ ਪਾਪਾ ਨੇ ਤਲਾਕਸ਼ੁਦਾ ਔਰਤ ਨਾਲ ਦੁਬਾਰਾ ਵਿਆਹ ਕਰਾ ਲਿਆ, ਜਿਸ ਦੇ ਪਤੀ ਨੇ ਵਿਆਹ ਤੋਂ 6 ਮਹੀਨੇ ਬਾਅਦ ਹੀ ਉਸ ਨੂੰ ਤਲਾਕ ਦੇ ਦਿੱਤਾ ਸੀ। ਪਹਿਲ ਮੈਂ ਉਹਨਾਂ ਕੋਲ ਜਾਣ ਤੋਂ ਡਰਦੀ ਸੀ, ਕਿਉਂਕਿ ਮੈਂ ਸਕੂਲ ਵਿੱਚ ਮਤਰੇਈ ਮਾਂ ਬਾਰੇ ਜੋ ਵੀ ਸੁਣਿਆ ਸੀ ਉਹ ਚੰਗਾ ਨਹੀਂ ਸੀ। ਪਰ ਉਹ ਔਰਤ ਬਹੁਤ ਹੀ ਸਮਝਦਾਰ ਅਤੇ ਸੁਲਝੀ ਹੋਈ ਔਰਤ ਸੀ। ਕੁਝ ਦਿਨਾਂ ਵਿੱਚ ਉਸਨੇ ਮੇਰੇ ਦਿਲ ਵਿੱਚ ਆਪਣੀ ਜਗ੍ਹਾ ਬਣਾ ਲਈ ਤੇ ਮੈਂ ਉਸਨੂੰ ਮੰਮੀ ਕਹਿਣ ਲੱਗ ਪਈ। ਮਾਂ ਅਤੇ ਮੈਂ ਇੱਕ ਦੂਜੇ ਨਾਲ ਕਾਫੀ ਮਿਲ ਜੁਲ ਗਏ ਸੀ। ਚਾਚਾ ਜੀ ਹੁਣ ਸ਼ਹਿਰ ਤੋਂ ਬਾਹਰ ਰਹਿੰਦੇ ਸੀ। ਉਹਨਾਂ ਨੇ ਚਾਚੀ ਅਤੇ ਬੱਚਿਆਂ ਨੂੰ ਵੀ ਆਪਣੇ ਕੋਲ ਬੁਲਾ ਲਿਆ। ਘਰ ਵਿੱਚ ਸਿਰਫ ਮੈਂ, ਮੰਮੀ ਅਤੇ ਡੈਡੀ ਰਹਿੰਦੇ ਸੀ। ਅਗਲੇ ਹੀ ਸਾਲ ਮੇਰੀ ਨਵੀਂ ਮਾਂ ਪ੍ਰੈਗਨੈਂਟ ਹੋ ਗਈ ਤੇ ਉਸਨੇ ਇੱਕ ਬੱਚੀ ਨੂੰ ਜਨਮ ਦਿੱਤਾ। ਹੁਣ ਮੇਰੀ ਛੋਟੀ ਭੈਣ ਸੀ। ਉਸਦੇ ਆਉਣ ਨਾਲ ਇੰਝ ਲੱਗਦਾ ਸੀ ਜਿਵੇਂ ਸਾਡੀ ਜ਼ਿੰਦਗੀ ਪੂਰੀ ਹੋ ਗਈ ਹੋਵੇ। ਸਭ ਕੁਝ ਖੁਸ਼ੀ ਨਾਲ ਚੱਲ ਰਿਹਾ ਸੀ। ਇੱਕ ਦਿਨ ਸਾਡੀ ਜ਼ਿੰਦਗੀ ਵਿੱਚ ਤੂਫਾਨ ਆਇਆ, ਜਿਸ ਨੇ ਸਾਡਾ ਸਭ ਕੁਝ ਖੋਹ ਲਿਆ। ਉਸ ਸਮੇਂ ਮੇਰੀ ਛੋਟੀ ਭੈਣ 2 ਸਾਲ ਦੀ ਸੀ ਤੇ ਮੈਂ 10 ਸਾਲਾਂ ਦੀ। ਜਦੋਂ ਮੇਰੇ ਪਿਤਾ ਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ ਤੇ ਸਾਡੀ ਜ਼ਿੰਦਗੀ ਉਜੜ ਗਈ। ਹਰ ਕੋਈ ਮੇਰੀ ਮਾਂ ਨੂੰ ਮਨਹੂਸ ਕਹਿ ਰਿਹਾ ਸੀ, ਜੋ ਆਪਣੀ ਪਹਿਲੇ ਵਿਆਹ ਨੂੰ ਕਾਇਮ ਨਹੀਂ ਰੱਖ ਸਕੀ। ਹੁਣ ਦੂਜੇ ਵਿਆਹ ਵਿੱਚ ਆਪਣੇ ਪਤੀ ਨੂੰ ਖਾ ਗਈ। ਹੁਣ ਲੋਕਾਂ ਨੇ ਜਿਉਣਾ ਮੁਸ਼ਕਲ ਕਰ ਦਿੱਤਾ। ਚਾਚੇ ਨਾਲ ਵੀ ਕੋਈ ਗੱਲ ਨਹੀਂ ਹੋ ਰਹੀ ਸੀ। ਆਖਿਰਕਾਰ ਮਾਂ ਨੂੰ ਘਰ ਵੇਚਣ ਲਈ ਮਜਬੂਰ ਹੋਣਾ ਪਿਆ ਤੇ ਅਸੀਂ ਉੱਥੋਂ ਇੱਕ ਪਿੰਡ ਵਿੱਚ ਚਲੇ ਗਏ। ਮਾਤਾ ਜੀ ਨੇ ਘਰ ਦੇ ਪੈਸੇ ਨਾਲ ਇੱਕ ਛੋਟਾ ਜਿਹਾ ਘਰ ਖਰੀਦਿਆ ਤੇ ਬਚੇ ਹੋਏ ਪੈਸੇ ਬਚਤ ਦੇ ਰੂਪ ਵਿੱਚ ਖਾਤੇ 'ਚ ਜਮ੍ਹਾਂ ਕਰਵਾ ਦਿੱਤੇ। ਮੇਰਾ ਦਾਖਲਾ ਇੱਥੋਂ ਦੇ ਇੱਕ ਸਕੂਲ ਵਿੱਚ ਹੋ ਗਿਆ ਸੀ। ਅਸੀਂ ਬਚਤਾਂ ਰਾਹੀਂ ਚੰਗੀ ਤਰ੍ਹਾਂ ਗੁਜ਼ਾਰਾ ਕਰ ਰਹੇ ਸੀ। ਬਚੇ ਹੋਏ ਪੈਸੇ ਨਾਲ ਸਿਰਫ 9 ਮਹੀਨੇ ਹੀ ਗੁਜ਼ਰੇ। ਮੰਮੀ ਨੂੰ ਸ਼ਾਇਦ ਇਹ ਪਤਾ ਸੀ ਕਿ ਇਹ ਪੈਸਾ ਸਿਰਫ ਇੰਨਾ ਹੀ ਚੱਲੇਗਾ। ਫਿਰ ਉਸਨੇ ਲੋਕਾਂ ਦੇ ਕੱਪੜਿਆਂ 'ਤੇ ਕਢਾਈ ਕਰਨੀ ਸ਼ੁਰੂ ਕਰ ਦਿੱਤੀ। ਪਰ ਕਢਾਈ ਦੇ ਪੈਸਿਆਂ ਨਾਲ ਕਿੱਥੋਂ ਘਰ ਚੱਲਦੇ ਹਨ। ਜੇ ਮੈਂ ਮਾਂ ਨੂੰ ਅਜਿਹਾ ਕਰਨ ਲਈ ਮਜਬੂਰ ਦੇਖਦੀ, ਮੈਨੂੰ ਬਹੁਤ ਬੁਰਾ ਲੱਗਦਾ।
ਇਸ ਸਭ ਦੇ ਬਾਵਜੂਦ ਮੇਰੀ ਮਾਂ ਨੇ ਮੈਨੂੰ ਅੰਗਰੇਜ਼ੀ ਵਿੱਚ ਗ੍ਰੈਜੂਏਸ਼ਨ ਕਰਵਾਈ ਅਤੇ ਇੱਕ ਸਕੂਲ ਵਿੱਚ ਮੈਨੂੰ ਅਧਿਆਪਕ ਦੀ ਨੌਕਰੀ ਮਿਲ ਗਈ। ਅੱਗੇ ਦੀ ਪੜ੍ਹਾਈ ਮੇਰੇ ਵੱਸ ਤੋਂ ਬਾਹਰ ਸੀ, ਇਸ ਲਈ ਮੈਂ ਆਪਣੀ ਪੜ੍ਹਾਈ ਛੱਡ ਦਿੱਤੀ। ਜਦ ਕਿ ਮੈਂ ਆਪਣੀ ਛੋਟੀ ਭੈਣ ਕੋਮਲ ਦਾ ਇੱਕ ਪ੍ਰਾਈਵੇਟ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ। ਮੇਰੀ ਕੋਸ਼ਿਸ਼ ਸੀ ਕਿ ਜਿਸ ਤਰ੍ਹਾਂ ਮੇਰੀ ਮਾਂ ਮੈਨੂੰ ਆਪਣੀ ਸਕੀ ਮਾਂ ਨਾਲੋਂ ਵੱਧ ਪਿਆਰ ਕਰਦੀ ਏ, ਹੁਣ ਮੇਰਾ ਫਰਜ਼ ਬਣਦਾ ਕਿ ਮੈਂ ਕੋਮਲ ਨੂੰ ਚੰਗੀ ਸਿੱਖਿਆ ਦੇ ਕੇ ਉਸ ਨੂੰ ਚੰਗੀ ਥਾਂ 'ਤੇ ਪਹੁੰਚਾਵਾਂ। ਉਹਨਾਂ ਨੇ ਮੈਨੂੰ ਨੌਕਰੀ ਕਰਨ ਤੋਂ ਬਹੁਤ ਰੋਕਿਆ, ਪਰ ਤਨਖਾਹ 12,000 ਰੁਪਏ ਮਹੀਨਾ ਸੀ। ਪੈਸੇ ਮੇਰੀ ਪੜ੍ਹਾਈ ਦੇ ਅਨੁਸਾਰ ਵਧੀਆ ਮਿਲਦੇ ਸੀ ਤਾਂ ਮੈਂ ਨੌਕਰੀ 'ਤੇ ਲੱਗੀ ਰਹੀ। ਫਿਰ ਸਮਾਂ ਆਪਣੀ ਰਫ਼ਤਾਰ ਨਾਲ ਅੱਗੇ ਵੱਧਦਾ ਗਿਆ ਅਤੇ ਜਦੋਂ ਮੈਂ 26 ਸਾਲ ਦੀ ਹੋਈ ਤਾਂ ਮੇਰਾ ਰਿਸ਼ਤਾ ਆ ਗਿਆ। ਉਸ ਦਾ ਛੋਟਾ ਜਿਹਾ ਪਰਿਵਾਰ ਸੀ। ਉਹ ਇੱਕ ਭੈਣ ਦਾ ਇਕਲੌਤਾ ਭਰਾ ਸੀ। ਭੈਣ ਦਾ ਵਿਆਹ ਹੋ ਗਿਆ। ਹੁਣ ਉਸ ਦੀ ਮਾਤਾ ਪਿਤਾ ਅਤੇ ਉਹ ਮੁੰਡਾ ਹੀ ਘਰ ਵਿੱਚ ਸਨ। ਮੰਮੀ ਨੂੰ ਇਹ ਰਿਸ਼ਤਾ ਪਸੰਦ ਸੀ, ਇਸ ਲਈ ਉਸਨੇ ਵਿਆਹ ਲਈ 1 ਸਾਲ ਦਾ ਸਮਾਂ ਮੰਗਿਆ ਅਤੇ ਮੇਰੀ ਮੰਗਣੀ ਕਰਵਾ ਦਿੱਤੀ। ਮੇਰਾ ਮੰਗੇਤਰ ਸਿਰਫ 10 ਮਿੰਟ ਲਈ ਮੰਗਣੀ 'ਤੇ ਆਇਆ ਸੀ, ਫਿਰ ਉਹ ਕੋਈ ਜ਼ਰੂਰੀ ਕੰਮ ਕਹਿ ਕੇ ਚਲਾ ਗਿਆ। ਸਾਡੇ ਨੰਬਰ ਵੀ ਮੇਰੀ ਨਨਾਣ ਦੇ ਜ਼ਰੀਏ ਬਦਲੇ ਸਨ। ਮੈਨੂੰ ਕਦੀ ਖੁਦ ਫੋਨ ਨਹੀਂ ਕੀਤਾ ਸੀ। ਸ਼ੁਰੂ ਵਿੱਚ ਮੈਨੂੰ ਇਸ ਬਾਰੇ ਬਹੁਤਾ ਮਹਿਸੂਸ ਨਹੀਂ ਹੋਇਆ, ਪਰ ਹੁਣ ਮੈਨੂੰ ਮੇਰੀ ਮੰਗੇਤਰ ਦੁਆਰਾ ਮੈਨੂੰ ਨਜ਼ਰਅੰਦਾਜ਼ ਕਰਨਾ ਬਹੁਤ ਬੁਰਾ ਲੱਗਦਾ ਸੀ, ਪਰ ਮੈਂ ਬਰਦਾਸ਼ਤ ਕਰ ਲੈਂਦੀ ਸੀ। ਉਹਨਾਂ ਲੋਕਾਂ ਨੂੰ ਦਿੱਤਾ ਸਮਾਂ ਹੋ ਗਿਆ ਸੀ। ਉਹ ਵਿਆਹ ਦੀ ਤਾਰੀਖ ਤੈਅ ਕਰਨ ਆਏ ਸਨ ਅਤੇ ਮਾਂ ਨੇ ਕੁਝ ਹੋਰ ਸਮਾਂ ਮੰਗਿਆ, ਪਰ ਮੇਰੇ ਮੰਗੇਤਰ ਨੇ ਇਸ ਬਾਰੇ ਵਿੱਚ ਕੁਝ ਨਹੀਂ ਕਿਹਾ। ਮੇਰੀ ਭੈਣ ਹੁਣ 9ਵੀਂ ਕਲਾਸ ਵਿੱਚ ਸੀ। ਮੰਮੀ ਉਸ ਦਾ ਬਹੁਤ ਖਿਆਲ ਰੱਖਦੀ ਸੀ। ਅਸੀਂ ਉਸ ਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਸੀ। ਉਹ ਬਹੁਤ ਲਾਡਲੀ ਸੀ, ਰੋਜ਼ਾਨਾ ਦੀ ਤਰ੍ਹਾਂ ਬੱਚਿਆਂ ਨੂੰ ਪੜ੍ਹਾ ਰਹੀ ਸੀ। ਜਦੋਂ ਮੇਰੇ ਫੋਨ 'ਤੇ ਕਾਲ ਆਉਣ ਲੱਗੀ, ਮੈਂ ਬਿਜੀ ਅੰਦਾਜ਼ ਵਿੱਚ ਆਪਣਾ ਮੋਬਾਈਲ ਕੱਢਿਆ। ਕਾਲ ਚੁੱਕ ਕੇ ਕੰਨ ਨਾਲ ਲਾਇਆ। ਇਸ ਦੇ ਨਾਲ ਹੀ ਮੈਂ ਬਲੈਕ ਬੋਰਡ 'ਤੇ ਲਿਖਦੀ ਰਹੀ। ਮੇਰੀ ਭੈਣ ਦਾ ਫੋਨ ਆਇਆ। ਉਸਨੇ ਦੱਸਿਆ ਕਿ ਮੇਰੇ ਸਹੁਰੇ ਘਰ ਆਏ ਹਨ। ਉਸਨੇ ਮੈਨੂੰ ਉਹਨਾਂ ਦੇ ਆਉਣ ਦੀ ਸੂਚਨਾ ਦਿੱਤੀ ਅਤੇ ਮੈਨੂੰ ਜਲਦੀ ਘਰ ਆਉਣ ਲਈ ਕਿਹਾ। ਮੈਂ ਠੀਕ ਹਾਂ ਕਹਿ ਕੇ ਕਾਲ ਕੱਟ ਦਿੱਤੀ ਅਤੇ ਆਪਣਾ ਕੰਮ ਜਲਦੀ ਪੂਰਾ ਕਰਨ ਲੱਗੀ। ਕਾਹਲੀ ਦੇ ਬਾਵਜੂਦ ਵੀ ਮੈਂ ਅੱਧੇ ਦਿਨ ਦੀ ਛੁੱਟੀ ਲੈਣ ਵਿੱਚ ਅੱਧਾ ਘੰਟਾ ਲਗਾ ਦਿੱਤਾ। ਜਿਵੇਂ ਹੀ ਮੈਂ ਸੜਕ 'ਤੇ ਪਹੁੰਚੀ, ਮੈਂ ਜਲਦੀ ਨਾਲ ਰਿਕਸ਼ਾ ਫੜਿਆ, ਉਸ ਨੂੰ ਆਪਣੇ ਘਰ ਦਾ ਪਤਾ ਦੱਸਿਆ ਅਤੇ ਉਸ ਨੂੰ ਜਲਦੀ ਨਾਲ ਜਾਣ ਲਈ ਕਿਹਾ। ਆਪਣੇ ਮੰਗੇਤਰ ਨੂੰ ਫੋਨ ਕਰਨ ਲੱਗੀ, ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਨੂੰ ਨਿਰਾਸ਼ਾ ਹੋਈ। ਮੈਨੂੰ ਨਹੀਂ ਪਤਾ ਸੀ ਕਿ ਮੇਰਾ ਮੰਗੇਤਰ ਅਜਿਹਾ ਕਿਉਂ ਕਰਦਾ ਸੀ। ਉਹ ਅਸਲ ਵਿੱਚ ਕਿਤੇ ਰੁੱਝਿਆ ਹੋਇਆ ਸੀ ਜਾਂ ਜਾਣ ਬੁੱਝ ਕੇ ਮੇਰਾ ਫੋਨ ਨਹੀਂ ਚੁੱਕ ਰਿਹਾ ਸੀ। ਅੱਜ ਤੱਕ ਮੈਂ ਇਹ ਫੈਸਲਾ ਨਹੀਂ ਕਰ ਸਕੀ ਸੀ। 3-4 ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਮੈਂ ਮੋਬਾਈਲ ਬੰਦ ਕਰਕੇ ਪਰਸ ਵਿੱਚ ਰੱਖ ਦਿੱਤਾ। ਕੁਝ ਸਮੇਂ ਬਾਅਦ ਮੈਂ ਆਪਣੇ ਘਰ ਪਹੁੰਚ ਗਈ। ਮੈਂ ਬੜੀ ਖੁਸ਼ੀ ਨਾਲ ਡਰਾਇੰਗ ਰੂਮ ਵਿੱਚ ਗਈ, ਪਰ ਅਗਲੇ ਹੀ ਪਲ ਮੇਰੀਆਂ ਸਾਰੀਆਂ ਖੁਸ਼ੀਆਂ ਅਲੋਪ ਹੋ ਗਈਆਂ। ਮੈਂ ਜ਼ਬਰਦਸਤੀ ਮੁਸਕਰਾਉਂਦੀ ਹੋਈ ਅੰਦਰ ਚਲੀ ਗਈ ਅਤੇ ਸਤਿ ਸ਼੍ਰੀ ਅਕਾਲ ਅਤੇ ਫਿਰ ਮੁਸਕਰਾ ਕੇ ਆਪਣੀ ਸੱਸ ਕੋਲ ਜਾ ਕੇ ਬੈਠ ਗਈ। ਮੇਰਾ ਮੰਗੇਤਰ ਅੱਜ ਵੀ ਨਹੀਂ ਆਇਆ ਸੀ। ਨਾ ਜਾਣੇ ਉਸ ਨੂੰ ਤੰਗ ਕਰਕੇ ਕੀ ਮਿਲਦਾ ਸੀ। ਬਿਨਾਂ ਕਾਰਨ ਉਸ ਦਾ ਰਵੱਈਆ ਮੇਰੀ ਸਮਝ ਤੋਂ ਬਾਹਰ ਹੁੰਦਾ ਜਾ ਰਿਹਾ ਸੀ। ਨਾ ਉਹ ਕਦੇ ਫੋਨ 'ਤੇ ਗੱਲ ਕਰਦਾ ਸੀ ਅਤੇ ਨਾ ਹੀ ਉਹ ਕਦੇ ਮੈਨੂੰ ਮਿਲਣ ਆਇਆ ਸੀ। ਲੜਕੀ ਹੋਣ ਦੇ ਬਾਵਜੂਦ ਮੈਂ ਉਸ ਨੂੰ ਕਈ ਵਾਰ ਆਪਣੇ ਵੱਲੋਂ ਫੋਨ ਕੀਤਾ ਸੀ, ਪਰ ਉਸ ਨੂੰ ਕੋਈ ਪਰਵਾਹ ਨਹੀਂ ਸੀ। ਇੱਕ ਪਾਸੇ ਤਾਂ ਉਸ ਦੀ ਮਾਂ ਅਤੇ ਭੈਣਾਂ ਕਹਿੰਦੀਆਂ ਸਨ ਕਿ ਉਹ ਮੈਨੂੰ ਬਹੁਤ ਪਿਆਰ ਕਰਦਾ, ਪਰ ਅੱਜ ਤੱਕ ਮੈਂ ਅਜਿਹਾ ਕੁਝ ਨਹੀਂ ਦੇਖਿਆ ਸੀ ਜਿਸ ਨਾਲ ਮੈਨੂੰ ਵਿਸ਼ਵਾਸ ਹੋ ਜਾਵੇ ਕਿ ਉਹ ਮੈਨੂੰ ਪਿਆਰ ਕਰਦਾ ਹੈ। ਮੈਂ ਸੋਚ ਕੇ ਆਪਣੇ ਦਿਲ ਨੂੰ ਤਸੱਲੀ ਦਿੱਤੀ ਕਿ ਸ਼ਾਇਦ ਵਿਆਹ ਤੋਂ ਬਾਅਦ ਵਾਲੇ ਪਿਆਰ ਨੂੰ ਅਹਿਮੀਅਤ ਦਿੰਦਾ ਹੋਵੇ, ਅਤੇ ਅੱਜ ਵੀ ਮੈਂ ਸੋਚ ਕੇ ਆਪਣੇ ਆਪ ਨੂੰ ਤਸੱਲੀ ਦਿੱਤੀ। ਮੇਰੇ ਸਹੁਰੇ ਮੇਰੀ ਮੰਮੀ ਤੋਂ ਮੇਰੇ ਵਿਆਹ ਦੀ ਤਾਰੀਖ ਲੈਣ ਆਏ ਸਨ। ਮੈਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ। ਹੁਣ ਮੈਂ ਵੀ ਜਲਦੀ ਤੋਂ ਜਲਦੀ ਵਿਆਹ ਕਰਵਾ ਕੇ ਆਪਣੇ ਘਰ ਜਾਣਾ ਚਾਹੁੰਦੀ ਸੀ, ਪਰ ਮਾਂ ਦੇ ਜਵਾਬ ਨੇ ਮੇਰੀਆਂ ਸਾਰੀਆਂ ਇੱਛਾਵਾਂ ਤਬਾਹ ਕਰ ਦਿੱਤੀਆਂ ਸਨ। ਮੰਮੀ ਨੇ ਉਸ ਨੂੰ ਕਿਹਾ ਕਿ ਸਾਡੇ ਵਿਆਹ ਦੀਆਂ ਤਿਆਰੀਆਂ ਅਜੇ ਪੂਰੀਆਂ ਨਹੀਂ ਹੋਈਆਂ, ਇਸ ਲਈ ਉਹ ਅਜੇ ਤਰੀਕ ਨਹੀਂ ਦੇ ਸਕਦੀ। ਤਿਆਰੀਆਂ ਪੂਰੀਆਂ ਹੁੰਦੇ ਹੀ ਤੁਹਾਨੂੰ ਦੱਸ ਦੇਵਾਂਗੀ। ਮੇਰੀ ਸੱਸ ਨੇ ਜ਼ੋਰ ਦਿੱਤਾ, ਪਰ ਮੇਰੀ ਨਨਾਣ ਮੇਰੀ ਸੱਸ ਨੂੰ ਸਮਝਾਉਣ ਲੱਗੀ ਕਿ ਆਂਟੀ ਠੀਕ ਕਹਿ ਰਹੀ ਹੈ, ਸਾਨੂੰ ਥੋੜ੍ਹਾ ਹੋਰ ਸਬਰ ਕਰਨਾ ਚਾਹੀਦਾ। ਤੁਸੀਂ ਜਾਣਦੇ ਹੋ ਕਿ ਤਿਆਰੀਆਂ ਵਿੱਚ ਸਮਾਂ ਲੱਗਦਾ ਅਤੇ ਉਹਨਾਂ ਦੇ ਘਰ ਕੋਈ ਆਦਮੀ ਵੀ ਨਹੀਂ ਹੈ। ਉਹਨਾਂ ਨੂੰ ਸਾਰੀਆਂ ਤਿਆਰੀਆਂ ਇਕੱਲੇ ਹੀ ਕਰਨੀਆਂ ਹਨ, ਇਸ ਲਈ ਸਾਨੂੰ ਉਹਨਾਂ ਨੂੰ ਸਮਾਂ ਦੇਣਾ ਚਾਹੀਦਾ। ਨਨਾਣ ਦੀ ਗੱਲ ਸੁਣ ਕੇ ਮੈਨੂੰ ਅਹਿਸਾਸ ਹੋਇਆ ਕਿ ਉਹ ਬਹੁਤ ਸਿਆਣੀ ਹੈ। ਫਿਰ ਉਹ ਚਾਹ ਪੀ ਕੇ ਵਾਪਸ ਚਲੇ ਗਏ। ਉਹਨਾਂ ਦੇ ਜਾਂਦੇ ਹੀ
ਮੇਰੀ ਮਾਂ ਨੇ ਮੇਰੇ ਸਾਹਮਣੇ ਹੱਥ ਜੋੜ ਕੇ ਕਿਹਾ ਕਿ ਮੈਨੂੰ ਮਾफ़ ਕਰ ਦੇ, ਮੈਂ ਬੇਵਸ ਹਾਂ। ਸਾਡੇ ਘਰ ਵਿੱਚ ਤੇਰੇ ਸਿਵਾਏ ਹੋਰ ਕੋਈ ਪੈਸਾ ਕਮਾਉਣ ਵਾਲਾ ਨਹੀਂ ਹੈ। ਜੇ ਮੈਂ ਤੇਰਾ ਵਿਆਹ ਜਲਦੀ ਕਰਵਾ ਦਿੱਤਾ ਤਾਂ ਘਰ ਕੌਣ ਚਲਾਵੇਗਾ? ਕਿਰਪਾ ਕਰਕੇ ਮੇਰੀ ਬੇਵਸੀ ਨੂੰ ਸਮਝਣ ਦੀ ਕੋਸ਼ਿਸ਼ ਕਰ। ਮਾਂ ਦੀਆਂ ਗੱਲਾਂ ਸੁਣ ਕੇ ਮੈਂ ਉਸ ਨੂੰ ਜੱਫੀ ਪਾ ਲਈ। ਉਹ ਸਹੀ ਕਹਿ ਰਹੀ ਸੀ। ਜੇ ਮੈਂ 1 ਸਾਲ ਹੋਰ ਇੰਤਜ਼ਾਰ ਕਰ ਲੈਂਦੀ ਤਾਂ ਮੇਰੀ ਭੈਣ ਦੀ ਗ੍ਰੈਜੂਏਸ਼ਨ ਪੂਰੀ ਹੋ ਜਾਂਦੀ। ਉਸ ਤੋਂ ਬਾਅਦ ਮੈਂ ਉਸ ਨੂੰ ਆਪਣੇ ਨਾਲ ਪੜ੍ਹਾਉਣ ਦੀ ਨੌਕਰੀ 'ਤੇ ਲਗਾ ਦਿੰਦੀ। ਮੈਂ ਵੀ ਇਸ ਸਕੂਲ ਵਿੱਚ 4 ਸਾਲਾਂ ਤੋਂ ਕੰਮ ਕਰ ਰਹੀ ਸੀ। ਖੈਰ, ਮੈਂ ਮੰਮੀ ਨੂੰ ਦਿਲਾਸਾ ਦਿੱਤਾ। ਉਸ ਨੂੰ ਕਿਹਾ, ਕੋਈ ਗੱਲ ਨਹੀਂ ਮੰਮੀ, ਮੈਂ ਉਡੀਕ ਕਰ ਲਵਾਂਗੀ। ਅਤੇ ਵੈਸੇ ਵੀ ਮੇਰੀ ਕਿਹੜੀ ਉਮਰ ਨਿਕਲੀ ਜਾ ਰਹੀ ਹੈ। ਮੈਂ ਹਾਲੇ 26 ਸਾਲ ਦੀ ਹੋਈ ਹਾਂ। 1 ਸਾਲ ਹੋਰ ਉਡੀਕ ਕਰਨ ਨਾਲ ਮੈਂ ਕਿਹੜਾ ਬੁੱਢੀ ਹੋ ਜਾਵਾਂਗੀ। ਭਾਂਡੇ ਧੋ ਕੇ ਕਮਰੇ ਵਿੱਚ ਚਲੀ ਗਈ। ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹ ਕੇ ਅੰਦਰ ਗਈ ਤਾਂ ਮੇਰੀ ਭੈਣ ਨੇ ਡਰ ਦੇ ਮਾਰੇ ਛਾਲ ਮਾਰ ਦਿੱਤੀ। ਮੈਂ ਹੈਰਾਨੀ ਨਾਲ ਉਸ ਵੱਲ ਦੇਖਿਆ, ਜਿਵੇਂ ਉਸ ਨੂੰ ਇੰਨੀ ਦਿਨੀ ਬਹੁਤ ਦੌਰੇ ਪੈ ਰਹੇ ਹੋਣ। ਬੈਠੇ ਬੈਠੇ ਚੌਂਕ ਜਾਂਦੀ ਹੈ। ਮੈਂ ਪਿਛਲੇ ਕਈ ਦਿਨਾਂ ਤੋਂ ਉਸ ਦੀ ਇਸ ਵਿਵਹਾਰ ਨੂੰ ਨੋਟ ਕਰ ਰਹੀ ਸੀ ਤੇ ਉਸ ਦੇ ਡਰ ਦਾ ਕਾਰਨ ਜਾਣਨਾ ਚਾਹੁੰਦੀ ਸੀ। ਜਦੋਂ ਮੈਂ ਉਸ ਨੂੰ ਪੁੱਛਿਆ ਤਾਂ ਉਹ ਹੈਰਾਨ ਹੋ ਗਈ। ਜਦੋਂ ਮੈਂ ਉਸ ਨੂੰ ਸਵਾਲ ਪੁੱਛਿਆ ਤਾਂ ਉਸਨੇ ਬੜੀ ਮੁਸ਼ਕਲ ਨਾਲ ਆਪਣੇ ਆਪ 'ਤੇ ਕਾਬੂ ਪਾਇਆ ਅਤੇ ਫਿਰ ਕਿਹਾ, ਉਹ ਡਰਾਉਣੀਆਂ ਕਹਾਣੀਆਂ ਪੜ੍ਹ ਰਹੀ ਸੀ, ਇਸ ਲਈ ਮੈਂ ਡਰ ਗਈ। ਮੈਂ ਲਗਾਤਾਰ ਉਸ ਦੀਆਂ ਅੱਖਾਂ ਵਿੱਚ ਝਾਕ ਰਹੀ ਸੀ। ਜਿਸ ਤਰ੍ਹਾਂ ਉਸਨੇ ਹੱਕ ਲਾਉਂਦੇ ਹੋਏ ਜਵਾਬ ਦਿੱਤਾ ਸੀ, ਉਸ ਦੀਆਂ ਅੱਖਾਂ ਤੇ ਜ਼ਬਾਨ ਬਿਲਕੁਲ ਵੀ ਉਸ ਦਾ ਸਾਥ ਨਹੀਂ ਦੇ ਰਹੀਆਂ ਸਨ। ਯਕੀਨੀ ਤੌਰ 'ਤੇ ਉਹ ਮੇਰੇ ਤੋਂ ਕੁਝ ਨਾ ਕੁਝ ਲੁਕੋ ਰਹੀ ਸੀ, ਪਰ ਮੈਂ ਉਸੇ ਸਮੇਂ ਬਹੁਤ ਥੱਕੀ ਹੋਈ ਸੀ। ਉਸ ਤੋਂ ਕੁਝ ਨਹੀਂ ਪੁੱਛਿਆ ਅਤੇ ਫਰੈਸ਼ ਹੋਣ ਲਈ ਵਾਸ਼ਰੂਮ ਚਲੀ ਗਈ। ਦਿਨ ਬੀਤ ਰਹੇ ਸੀ। ਇੱਕ ਦਿਨ ਮੈਂ ਸਟਾਫ ਰੂਮ ਵਿੱਚ ਬੈਠ ਕੇ ਬੱਚਿਆਂ ਦੀਆਂ ਕਾਪੀਆਂ ਚੈੱਕ ਕਰ ਰਹੀ ਸੀ। ਮੈਂ ਅੱਜ ਹੀ ਸਾਰੇ ਬੱਚਿਆਂ ਦੀਆਂ ਕਾਪੀਆਂ ਚੈੱਕ ਕਰ ਲਈਆਂ ਸੀ। ਅਸੀਂ ਸਕੂਲ ਜਾਣ ਤੋਂ ਪਹਿਲਾਂ ਆਪਣੇ ਫੋਨ ਸਾਇਲੈਂਟ ਕਰਕੇ ਕਾਊਂਟਰ 'ਤੇ ਜਮ੍ਹਾਂ ਕਰਵਾਉਂਦੇ ਹੁੰਦੇ ਸੀ। 2-3 ਘੰਟੇ ਬਾਅਦ ਕਾਪੀ ਚੈੱਕ ਕਰਨ ਤੋਂ ਬਾਅਦ ਮੈਂ ਸਟਾਫ ਰੂਮ ਤੋਂ ਬਾਹਰ ਆਈ ਤਾਂ ਕਾਊਂਟਰ 'ਤੇ ਮੈਨੂੰ ਦੱਸਿਆ ਕਿ ਤੁਹਾਡੀ ਮਾਂ ਦੀਆਂ 2-3 ਕਾਲਾਂ ਆਈਆਂ ਸੀ ਅਤੇ ਤੁਹਾਡੀ ਮਾਂ ਤੁਹਾਡੀ ਭੈਣ ਨਾਲ ਇੱਥੇ ਆਈ ਸੀ ਤੇ ਬਹੁਤ ਰੋ ਰਹੀ ਸੀ, ਪਰ ਤੁਹਾਨੂੰ ਪਰੇਸ਼ਾਨ ਕਰਨ ਦੀ ਮਨਾਹੀ ਕੀਤੀ ਸੀ, ਇਸ ਲਈ ਮੈਂ ਨਹੀਂ ਦੱਸਿਆ। ਉਸ ਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋ ਗਈ। ਮੈਂ ਤੁਰੰਤ ਮੰਮੀ ਨੂੰ ਫੋਨ ਕੀਤਾ। ਮਾਂ ਬਹੁਤ ਰੋ ਰਹੀ ਸੀ। ਮੈਂ ਬਹੁਤ ਪਰੇਸ਼ਾਨ ਹੋ ਗਈ। ਮੈਂ ਆਪਣੀ ਮਾਂ ਨੂੰ ਪੁੱਛਿਆ ਕਿ ਕੀ ਹੋਇਆ ਅਤੇ ਉਸਨੇ ਰੋ ਕੇ ਮੈਨੂੰ ਘਰ ਆਉਣ ਲਈ ਕਿਹਾ। ਅੱਜ ਜਦੋਂ ਮੈਂ ਛੁੱਟੀ ਮੰਗੀ ਤਾਂ ਮੈਨੂੰ ਛੁੱਟੀ ਨਹੀਂ ਮਿਲੀ, ਕਿਉਂਕਿ ਬੱਚਿਆਂ ਦੇ ਇਮਤਿਹਾਨ ਹੋਣ ਵਾਲੇ ਸਨ ਅਤੇ ਮੈਂ ਕੰਮ ਕਰਨਾ ਸੀ। ਹੁਣ ਮੈਨੂੰ ਦੁਪਹਿਰ ਤੱਕ ਉਡੀਕ ਕਰਨੀ ਪਈ। ਇਸ ਦੌਰਾਨ ਮੇਰਾ ਧਿਆਨ ਲਗਾਤਾਰ ਮਾਂ ਵੱਲ ਸੀ। ਸਮਾਂ ਬੀਤ ਨਹੀਂ ਰਿਹਾ ਸੀ। ਇਸੇ ਤਰ੍ਹਾਂ ਛੁੱਟੀ ਹੋਈ। ਬਿਨਾਂ ਕਿਸੇ ਦੇਰੀ ਦੇ ਮੈਂ ਤੁਰੰਤ ਘਰ ਪਹੁੰਚ ਗਈ, ਜਿੱਥੇ ਮੈਨੂੰ ਉਸ ਦੇ ਕਮਰੇ ਵਿੱਚ ਮੇਰੀ ਭੈਣ ਦੇ ਚੀਕਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਮੇਰਾ ਦਿਲ ਚੁਕੰਨਾ ਜ਼ਰੂਰ ਹੋ ਗਿਆ। ਮੈਂ ਝੱਟ ਉਸ ਦੇ ਕਮਰੇ ਵਿੱਚ ਗਈ। ਸਾਹਮਣੇ ਦਾ ਨਜ਼ਾਰਾ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰੀ ਮਾਂ ਮੇਰੇ ਸਾਹਮਣੇ ਮੇਰੀ ਭੈਣ ਨੂੰ ਬੁਰੀ ਤਰ੍ਹਾਂ ਕੁੱਟ ਰਹੀ ਸੀ। ਝੱਟ ਜਾ ਕੇ ਆਪਣੀ ਭੈਣ ਨੂੰ ਆਪਣੀ ਮਾਂ ਤੋਂ ਛੁਡਵਾਇਆ ਤੇ ਪੁੱਛਿਆ, ਇਹ ਸਭ ਕੀ ਆ? ਤਾਂ ਮੇਰੀ ਮਾਂ ਨੇ ਕਿਹਾ, ਉਸ ਨੂੰ ਪੁੱਛੋ, ਉਹ ਇੰਨੀ ਛੋਟੀ ਉਮਰ ਵਿੱਚ ਮੂੰਹ ਕਾਲਾ ਕਰਕੇ ਆਈ ਹੈ। ਇਸ ਨੇ ਮੂੰਹ ਵਿਖਾਉਣ ਜੋਗਾ ਨਹੀਂ ਛੱਡਿਆ। ਮੈਂ ਲੋਕਾਂ ਨੂੰ ਕੀ ਜਵਾਬ ਦਿਆਂਗੀ? ਮੰਮੀ ਦੀਆਂ ਗੱਲਾਂ ਸੁਣ ਕੇ ਇੰਝ ਮਹਿਸੂਸ ਹੋਇਆ ਜਿਵੇਂ ਮੇਰੇ ਸਿਰ 'ਤੇ ਅਸਮਾਨ ਡਿੱਗ ਗਿਆ ਹੋਵੇ। ਆਪਣੀ ਭੈਣ ਵੱਲ ਵੇਖ ਰਹੀ ਸੀ, ਜੋ ਵਾਰ-ਵਾਰ ਰੋ ਰਹੀ ਸੀ, ਸਿਰ ਹਿਲਾ ਕੇ ਕਹਿ ਰਹੀ ਸੀ ਕਿ ਮੈਂ ਮਾੜੀ ਨਹੀਂ ਹਾਂ, ਕੁਝ ਨਹੀਂ ਕੀਤਾ। ਮਾਂ ਦਾ ਰੋ ਬੁਰਾ ਹਾਲ ਹੋ ਗਿਆ ਸੀ। ਮੇਰੀ ਭੈਣ ਦੀ ਹਾਲਤ ਵੀ ਬਹੁਤ ਖਰਾਬ ਸੀ। ਮੈਂ ਹੈਰਾਨੀ ਨਾਲ ਭੈਣ ਵੱਲ ਵੇਖ ਰਹੀ ਸੀ। ਮੈਨੂੰ ਆਪਣੇ ਕੰਨਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੈਂ ਜੋ ਸੁਣਿਆ ਉਹ ਸੱਚ ਸੀ ਜਾਂ ਮੇਰੇ ਕੰਨ ਮੈਨੂੰ ਧੋਖਾ ਦੇ ਰਹੇ ਸੀ। ਜੋ ਮੇਰੀਆਂ ਅੱਖਾਂ ਦੇਖ ਰਹੀਆਂ ਸੀ, ਇਹ ਮੇਰਾ ਕੋਈ ਸੁਪਨਾ ਜਾਂ ਭਰਮ ਨਹੀਂ ਸੀ, ਇਹ ਅਸਲੀਅਤ ਸੀ। ਇਹ ਇੱਕ ਅਜਿਹਾ ਤੂਫਾਨ ਸੀ ਜੋ ਸਾਡੀ ਜ਼ਿੰਦਗੀ ਵਿੱਚ ਆ ਗਿਆ ਸੀ ਤੇ ਹੁਣ ਕੌਣ ਜਾਣਦਾ ਸੀ ਕਿ ਤੂਫਾਨ ਸਾਡੀ ਜ਼ਿੰਦਗੀ ਵਿੱਚ ਕੀ ਕੁਝ ਲੈ ਕੇ ਆਉਣ ਵਾਲਾ ਸੀ। ਜੋ ਅੱਜ ਮੈਂ ਇਹ ਖਬਰ ਸੁਣੀ ਸੀ, ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਮੈਂ ਕੀ ਕਰਾਂ। ਪਰ ਸਾਡੇ ਪਰਵਰਿਸ਼ ਵਿੱਚ ਕਿਹੜੀ ਕਮੀ ਰਹਿ ਗਈ ਸੀ ਤੇ ਅਸੀਂ ਕਿਹੜੀ ਗਲਤੀ ਕੀਤੀ ਕਿ ਉਸਨੇ ਇੰਨਾ ਵੱਡਾ ਕਦਮ ਚੁੱਕ ਲਿਆ। ਮੇਰੀ ਮਾਂ ਨੇ ਮੈਨੂੰ ਜੋ ਗੱਲ ਦੱਸੀ, ਉਸ ਨੂੰ ਸੁਣ ਕੇ ਮੇਰੇ ਹੋਸ਼ ਉੱਡ ਗਏ। ਮੰਮੀ ਨੇ ਦੱਸਿਆ ਕਿ ਜਦੋਂ ਸਕੂਲ ਤੋਂ ਵਾਪਸ ਆਈ ਤਾਂ ਉਹ ਬਹੁਤ ਬਿਮਾਰ ਸੀ। ਉਸ ਨੂੰ ਚੱਕਰ ਆ ਰਹੇ ਸੀ ਅਤੇ ਉਸ ਦੇ ਪੇਟ ਵਿੱਚ ਵੀ ਦਰਦ ਹੋ ਰਿਹਾ ਸੀ। ਫਿਰ ਮੰਮੀ ਨੇ ਮੈਨੂੰ ਫੋਨ ਕੀਤਾ, ਪਰ ਜਦੋਂ ਮੇਰੀ ਮੰਮੀ ਨਾਲ ਗੱਲ ਨਹੀਂ ਹੋਈ ਤਾਂ ਉਹ ਉਸ ਨੂੰ ਹਸਪਤਾਲ ਲੈ ਗਈ।
ਉਸ ਦੀ ਹਾਲਤ ਦੇਖ ਕੇ ਡਾਕਟਰ ਨੂੰ ਸ਼ੱਕ ਹੋ ਗਿਆ। ਉਸਨੇ ਕੁਝ ਟੈਸਟ ਕਰਵਾਏ। ਜਦੋਂ ਟੈਸਟ ਦੀ ਰਿਪੋਰਟ ਪੋਜ਼ਿਟਿਵ ਆਈ ਤਾਂ ਡਾਕਟਰ ਦਾ ਸ਼ੱਕ ਹਕੀਕਤ ਵਿੱਚ ਬਦਲ ਗਿਆ। ਰਿਪੋਰਟ ਮੇਰੀ 16 ਸਾਲ ਦੀ ਭੈਣ ਦੇ ਮਾਂ ਬਣਨ ਦੀ ਖਬਰ ਸੁਣਾ ਰਹੀ ਸੀ। ਮੈਂ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਕਾਬੂ ਕੀਤਾ ਤੇ ਆਪਣੀ ਭੈਣ ਨੂੰ ਪੁੱਛਣ ਲਈ ਉਸ ਵੱਲ ਵਧੀ। ਉਸਨੇ ਅਜਿਹਾ ਕਿਉਂ ਕੀਤਾ? ਉਸ ਦੇ ਚਰਿੱਤਰ 'ਤੇ ਇੰਨਾ ਵੱਡਾ ਦਾਗ ਕਿਵੇਂ ਲੱਗ ਗਿਆ? ਅਜੇ ਮੇਰਾ ਸਵਾਲ ਮੇਰੇ ਮੂੰਹ ਵਿੱਚ ਹੀ ਸੀ ਜਦੋਂ ਅਚਾਨਕ ਆਪਣੀ ਜਗ੍ਹਾ ਤੋਂ ਉੱਠ ਕੇ ਰੋਣ ਲੱਗੀ ਅਤੇ ਕਹਿਣ ਲੱਗੀ ਕਿ ਮੈਂ ਬੇਕਸੂਰ ਹਾਂ। ਇਹ ਕਹਿੰਦੇ ਹੀ ਉਹ ਭੱਜ ਕੇ ਦੂਜੇ ਕਮਰੇ ਵਿੱਚ ਚਲੀ ਗਈ। ਉਸਨੇ ਕਮਰੇ ਨੂੰ ਅੰਦਰੋਂ ਬੰਦ ਕਰ ਲਿਆ। ਮੈਂ ਮੰਮੀ ਨੂੰ ਉਠਾ ਕੇ ਕਮਰੇ ਵਿੱਚ ਲੈ ਗਈ। ਮੰਮੀ ਕਿਸੇ ਵੀ ਤਰੀਕੇ ਨਾਲ ਸੰਭਾਲਣ ਦੇ ਯੋਗ ਨਹੀਂ ਸੀ। ਝਟਕਾ ਬਹੁਤ ਵੱਡਾ ਸੀ। ਮੰਮੀ ਨੇ ਸੋਚਣ ਅਤੇ ਸਮਝਣ ਦੀ ਆਪਣੀ ਸਮਰੱਥਾ ਗਵਾ ਦਿੱਤੀ ਸੀ, ਪਰ ਮੈਨੂੰ ਸਮਝਦਾਰੀ ਤੋਂ ਕੰਮ ਲੈਣਾ ਪਿਆ। ਇਸ ਸਮੱਸਿਆ ਤੋਂ ਬਾਹਰ ਨਿਕਲਣ ਲਈ ਕੋਈ ਹੱਲ ਲੱਭਣਾ ਪਿਆ। ਮੈਂ ਜਾ ਕੇ ਆਪਣੀ ਭੈਣ ਦੇ ਕਮਰੇ ਦਾ ਦਰਵਾਜ਼ਾ ਕਈ ਵਾਰ ਖੜਕਾਇਆ, ਪਰ ਉਸਨੇ ਦਰਵਾਜ਼ਾ ਨਹੀਂ ਖੋਲ੍ਹਿਆ। ਉਸ ਨੂੰ ਪੁੱਛਣਾ ਚਾਹੁੰਦੀ ਸੀ ਕਿ ਉਸ 'ਤੇ ਕਿਸੇ ਨੇ ਜ਼ੁਲਮ ਕੀਤਾ ਜਾਂ ਉਹ ਖੁਦ ਹੀ, ਪਰ ਇੰਨੀ ਛੋਟੀ ਕੁੜੀ ਅਜਿਹਾ ਕਿਵੇਂ ਕਰ ਸਕਦੀ ਸੀ? ਇਹ ਗੱਲ ਮੇਰੀ ਸਮਝ ਤੋਂ ਬਾਹਰ ਸੀ। ਥੱਕ ਹਾਰ ਕੇ ਮੈਂ ਆਪਣੇ ਕਮਰੇ ਵਿੱਚ ਆ ਗਈ। ਅਗਲੀ ਸਵੇਰ ਉਹ ਮੇਰੇ ਜਾਗਣ ਤੋਂ ਪਹਿਲਾਂ ਸਕੂਲ ਚਲੀ ਗਈ। ਮੈਂ ਵੀ ਮੰਮੀ ਨੂੰ ਆਰਾਮ ਕਰਨ ਲਈ ਕਿਹਾ ਕਿ ਆਪ ਸਕੂਲ ਆ ਗਈ। ਮੈਂ ਸਾਰਾ ਦਿਨ ਮੂਡ ਖਰਾਬ ਵਿੱਚ ਸੀ। ਬਦਨਾਮੀ ਦਾ ਡਰ ਸਿਰ ਚੜ੍ਹ ਬੋਲ ਰਿਹਾ ਸੀ। ਜਦੋਂ ਹੀ ਮੈਂ ਮਾਮਲਾ ਆਪਣੇ ਸਾਥੀ ਨੂੰ ਦੱਸਿਆ ਤਾਂ ਉਸਨੇ ਮੈਨੂੰ ਕਿਹਾ, ਇਹ ਤਾਂ ਸ਼ੁਰੂਆਤ ਹੈ, ਤੁਸੀਂ ਆਪਣੀ ਭੈਣ ਦਾ ਗਰਭਪਾਤ ਕਰਵਾ ਲਓ। ਮੈਂ ਘਰ ਜਾ ਕੇ ਆਪਣੀ ਮਾਂ ਤੇ ਭੈਣ ਨਾਲ ਗੱਲ ਕੀਤੀ, ਪਰ ਮੇਰੀ ਭੈਣ ਪੂਰੀ ਤਰ੍ਹਾਂ ਅੜ ਗਈ। ਉਹ ਇਹ ਕਿਸੇ ਵੀ ਤਰ੍ਹਾਂ ਨਹੀਂ ਚਾਹੁੰਦੀ ਸੀ। ਉਹ ਨਾ ਤਾਂ ਬਦਨਾਮੀ ਤੋਂ ਡਰਦੀ ਸੀ ਤੇ ਨਾ ਹੀ ਆਪਣੇ ਚਰਿੱਤਰ 'ਤੇ ਕਿਸੇ ਦਾਗ ਤੋਂ, ਪਰ ਬਹੁਤ ਆਰਾਮ ਨਾਲ ਬੈਠੀ ਸੀ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਜੇ ਮੇਰੇ ਸਹੁਰਿਆਂ ਨੂੰ ਇਸ ਬਾਰੇ ਕੋਈ ਸੁਰਾਗ ਵੀ ਪਤਾ ਲੱਗ ਗਿਆ ਤਾਂ ਉਹ ਰਿਸ਼ਤੇ ਨੂੰ ਖ਼ਤਮ ਕਰਨ ਲਈ 1 ਸਕਿੰਟ ਵੀ ਨਹੀਂ ਲਾਉਣਗੇ। ਇਸ ਝੰਜਟ ਨੂੰ ਖ਼ਤਮ ਕਰਨ ਲਈ ਮੈਨੂੰ ਕੁਝ ਵੀ ਕਰਨਾ ਪੈਂਦਾ, ਕਿਉਂਕਿ ਇਹ ਸਾਡੇ ਲਈ ਬਦਨਾਮੀ ਤੋਂ ਇਲਾਵਾ ਕੁਝ ਨਹੀਂ ਸੀ। ਜਿੰਨਾ ਇਸ ਮਾਮਲੇ ਨੂੰ ਵਧਾਇਆ ਜਾਂਦਾ, ਉਨਾ ਹੀ ਸਾਡੇ ਲਈ ਮੁਸ਼ਕਲਾਂ ਪੈਦਾ ਹੋਣੀਆਂ ਸੀ, ਕਿਉਂਕਿ ਮੇਰੀ ਭੈਣ ਦੀ ਸਿਹਤ ਵਿਗੜਦੀ ਜਾ ਰਹੀ ਸੀ। ਉਸ ਦਾ ਬਦਲਦਾ ਪੀਲਾ ਰੰਗ ਕਿਸੇ ਨੂੰ ਵੀ ਸ਼ੱਕੀ ਬਣਾ ਸਕਦਾ ਸੀ। ਇਸ ਲਈ ਮੰਮੀ ਨੇ ਉਸ ਦਾ ਸਕੂਲ ਛਡਵਾ ਦਿੱਤਾ। ਉਹ ਪੂਰੀ ਤਰ੍ਹਾਂ ਕਮਰੇ ਦੀ ਹੋ ਕੇ ਰਹਿ ਗਈ। ਮੈਂ ਕਿਸੇ ਤਰ੍ਹਾਂ ਹੀ ਸਭ ਮਿਟਾਉਣ ਦੀ ਕੋਸ਼ਿਸ਼ ਕੀਤੀ, ਪਰ ਨਾ ਮੰਨੀ। ਮੈਂ ਰਸੋਈ ਵਿੱਚ ਖੜੀ ਦੁੱਧ ਗਰਮ ਕਰ ਰਹੀ ਸੀ। ਮੇਰਾ ਖਿਆਲ ਲਗਾਤਾਰ ਭੈਣ ਵੱਲ ਸੀ। ਦੁੱਧ ਨੂੰ ਗਰਮ ਕਰਕੇ ਮੈਂ ਗਲਾਸ ਵਿੱਚ ਪਾਇਆ ਤੇ ਆਪਣੀ ਜੇਬ ਵਿੱਚੋਂ ਇੱਕ ਛੋਟੀ ਜਿਹਾ ਪੈਕਟ ਕੱਢਿਆ। ਉਸ ਪੈਕਟ ਵਿੱਚ ਗਰਭਪਾਤ ਦੀ ਦਵਾਈ ਸੀ। ਮੈਂ ਉਹ ਦਵਾਈ ਦੁੱਧ ਵਿੱਚ ਮਿਲਾ ਦਿੱਤੀ। ਮੇਰੇ ਹੱਥ ਕੰਬ ਰਹੇ ਸੀ। ਮੈਂ ਕਿਸੇ ਦੀ ਜਾਨ ਲੈਣ ਜਾ ਰਹੀ ਸੀ, ਪਰ ਇਸ ਵਾਰ ਮੈਂ ਸਿਰਫ ਉਸ ਦੀ ਭਲਾਈ ਲਈ ਹੀ ਕਰ ਰਹੀ ਸੀ। ਮੈਂ ਆਪਣੀ ਅੱਖਾਂ ਸਾਹਮਣੇ ਆਪਣੀ ਭੈਣ ਨੂੰ ਆਪਣੀ ਜ਼ਿੰਦਗੀ ਬਰਬਾਦ ਕਰਦਿਆਂ ਨਹੀਂ ਦੇਖ ਸਕਦੀ ਸੀ। ਉਹ ਆਪ ਤਾਂ ਬੱਚੀ ਸੀ, ਇਸ ਲਈ ਉਹ ਬੱਚੇ ਨੂੰ ਕਿਵੇਂ ਸੰਭਾਲ ਸਕਦੀ ਸੀ? ਉਹ ਵੀ ਨਜਾਇਜ਼ ਬੱਚਾ। ਲੋਕ ਉਸ ਨੂੰ ਕਿਵੇਂ ਜੀਣ ਦਿੰਦੇ? ਉਹ ਵਿਚਾਰੀ ਔਰਤ ਵੀ ਨਹੀਂ ਸੀ, ਉਹ ਤਾਂ ਹਾਲੇ 16-17 ਸਾਲ ਦੀ ਬੱਚੀ ਸੀ। ਇਸ ਲਈ ਮੈਂ ਦਵਾਈ ਮਿਲਾ ਦਿੱਤੀ ਤਾਂ ਕਿ ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ। ਗਲਾਸ ਵਿੱਚ ਦਵਾਈ ਮਿਲਾਉਣ ਤੋਂ ਬਾਅਦ ਇੱਕ ਚਮਚਾ ਲੈ ਕੇ ਦਵਾਈ ਨੂੰ ਦੁੱਧ ਵਿੱਚ ਚੰਗੀ ਤਰ੍ਹਾਂ ਘੋਲ ਕੇ ਉਹ ਦੁੱਧ ਦਾ ਗਿਲਾਸ ਮੈਂ ਆਪਣੀ ਭੈਣ ਵੱਲ ਲੈ ਜਾਣ ਲੱਗੀ। ਮੈਂ ਸੋਚ ਰਹੀ ਸੀ ਕਿ ਜੋ ਕੰਮ ਮੈਂ ਕਰ ਰਹੀ ਹਾਂ ਉਹ ਗਲਤ ਸੀ, ਪਰ ਮੇਰੀ ਨੀਅਤ ਗਲਤ ਨਹੀਂ ਸੀ। ਮੈਂ ਬਸ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ ਤਾਂ ਜੋ ਅਸੀਂ ਸਾਰੇ ਪਹਿਲਾਂ ਵਾਂਗ ਖੁਸ਼ਹਾਲ ਜ਼ਿੰਦਗੀ ਜੀ ਸਕੀਏ। ਜਦੋਂ ਮੈਂ ਉਸ ਕਮਰੇ ਵਿੱਚ ਗਈ ਤਾਂ ਉਹ ਬੈੱਡ 'ਤੇ ਲੇਟੀ ਹੋਈ ਸੀ। ਮੈਂ ਜਾ ਕੇ ਉਸ ਨੂੰ ਦੁੱਧ ਦਿੱਤਾ ਤੇ ਕਿਹਾ, ਇਸ ਨੂੰ ਪੀ ਲੈ, ਮੈਂ ਹੁਣੇ ਹੀ ਗਰਮ ਕੀਤਾ ਹੈ। ਮੇਰੇ ਹੱਥੋਂ ਦੁੱਧ ਪੀਣ ਲੱਗੀ ਤੇ ਅਜੀਬ ਨਜ਼ਰਾਂ ਨਾਲ ਮੇਰੇ ਵੱਲ ਵੇਖਣ ਲੱਗੀ। ਉਹ ਮੇਰੇ ਵੱਲ ਬੜੇ ਧਿਆਨ ਨਾਲ ਦੇਖ ਰਹੀ ਸੀ। ਮੈਂ ਉਸ ਦੀਆਂ ਨਜ਼ਰਾਂ ਤੋਂ ਡਰਨ ਲੱਗੀ। ਮੈਂ ਉੱਠ ਕੇ ਆਪਣੇ ਕਮਰੇ ਵਿੱਚ ਆ ਗਈ। ਉਸ ਤੋਂ ਬਾਅਦ ਉਸ ਨੂੰ ਦੁੱਧ ਰਾਹੀਂ ਹਰ ਰੋਜ਼ ਦਵਾਈ ਦੇ ਦਿੰਦੀ, ਕਿਉਂਕਿ ਇਹ 3 ਦਿਨ ਦੀ ਦਵਾਈ ਸੀ। ਇਸ ਦਾ ਨਤੀਜਾ 5 ਤੋਂ 6ਵੇਂ ਦਿਨ ਵਿੱਚ ਹੋ ਜਾਣਾ ਸੀ। ਹਾਲਾਂਕਿ ਦਵਾਈ ਦੀ ਪਹਿਲੀ ਖੁਰਾਕ ਤੋਂ ਹੀ ਅਸਰ ਸ਼ੁਰੂ ਹੋ ਜਾਣਾ ਚਾਹੀਦਾ ਸੀ, ਪਰ ਸ਼ਾਇਦ ਹਲਕੀ ਖੁਰਾਕ ਕਾਰਨ ਇੰਨਾ ਸਮਾਂ ਲੱਗ ਰਿਹਾ ਸੀ। ਉਸ ਦਿਨ ਵੀ ਮੈਂ ਉਸ ਨੂੰ ਦੁੱਧ ਵਿੱਚ ਮਿਲਾ ਕੇ ਦਵਾਈ ਪਿਲਾਈ ਤੇ ਸੌਣ ਲਈ ਕਮਰੇ ਵਿੱਚ ਆ ਗਈ। ਸਵੇਰੇ ਉੱਠ ਕੇ ਮੈਂ ਸਕੂਲ ਚਲੀ ਗਈ ਤੇ ਕਿਉਂਕਿ ਸਕੂਲ ਵਿੱਚ ਮਾਤਾ ਪਿਤਾ ਅਧਿਆਪਕ ਮੀਟਿੰਗ ਸੀ, ਇਸ ਲਈ ਅਸੀਂ ਤਿਆਰੀ ਕਰਨੀ ਸੀ। ਮੈਂ ਆਪਣੀ ਡਾਇਰੀ ਤਿਆਰ ਨਹੀਂ ਕੀਤੀ ਸੀ, ਜਿਸ ਕਰਕੇ ਮੈਂ ਜਲਦੀ ਸਕੂਲ ਚਲੀ ਗਈ। ਇਸ ਗੱਲ ਦਾ ਮੈਨੂੰ ਪਤਾ ਨਹੀਂ ਸੀ ਕਿ ਮੇਰੇ ਪਿੱਛੇ ਤੋਂ ਮੇਰੇ ਘਰ ਦਾ ਕੀ ਹੋਵੇਗਾ। ਉਸ ਦਿਨ ਮਾਤਾ ਪਿਤਾ ਅਧਿਆਪਕ ਮੀਟਿੰਗ ਸੀ, ਇਸ ਲਈ ਸਾਰੇ ਅਧਿਆਪਕਾਂ ਦੇ ਫੋਨ ਸਵਿਚ ਆਫ ਸੀ। ਅਸੀਂ ਲਗਭਗ ਸਾਰਾ ਦਿਨ
ਬਹੁਤ ਵਿਅਸਤ ਰਹੇ। ਜਦੋਂ 12 ਵਜੇ ਮੀਟਿੰਗ ਖਤਮ ਹੋਈ ਤਾਂ ਮੈਂ ਘਰ ਪਹੁੰਚ ਗਈ। ਜਦੋਂ ਮੈਂ ਘਰ ਪਹੁੰਚੀ ਤਾਂ ਮੈਨੂੰ ਬੜੀ ਬੇਚੈਨੀ ਮਹਿਸੂਸ ਹੋਈ। ਉਸ ਸਮੇਂ ਮੰਮੀ ਤੇ ਮੇਰੀ ਛੋਟੀ ਭੈਣ, ਉਹਨਾਂ ਦੀਆਂ ਆਵਾਜ਼ਾਂ ਬਾਹਰ ਤੱਕ ਆ ਰਹੀਆਂ ਸੀ। ਮੈਨੂੰ ਬਹੁਤ ਡਰ ਲੱਗ ਰਿਹਾ ਸੀ। ਮੈਂ ਧੜਕਦੇ ਦਿਲ ਨਾਲ ਅੰਦਰ ਚਲੀ ਗਈ। ਮਾਂ ਨੂੰ ਬੁਰੀ ਹਾਲਤ ਵਿੱਚ ਦੇਖ ਕੇ ਮੇਰੀ ਨੀਂਦ ਉੱਡ ਗਈ। ਮੈਂ ਤੁਰੰਤ ਆਪਣੀ ਮਾਂ ਕੋਲ ਭੱਜੀ। ਮੰਮੀ ਉੱਚੀ ਉੱਚੀ ਰੋ ਰਹੀ ਸੀ। ਮੇਰੀ ਭੈਣ ਅੰਦਰ ਖੂਨ ਨਾਲ ਲੱਥ-ਪੱਥ ਪਈ ਸੀ। ਮੈਨੂੰ ਵੀ ਸਮਝ ਨਹੀਂ ਆ ਰਿਹਾ ਸੀ ਇਹ ਕੀ ਹੋਇਆ। ਮੈਂ ਆਪਣੀ ਭੈਣ ਨੂੰ ਕਿਸੇ ਨਾ ਕਿਸੇ ਤਰੀਕੇ ਹਸਪਤਾਲ ਲੈ ਕੇ ਗਈ। ਜਦੋਂ ਡਾਕਟਰ ਕੋਲ ਗਈ ਤਾਂ ਡਾਕਟਰ ਨੇ ਦੇਖਦੇ ਹੀ ਕਹਿ ਦਿੱਤਾ ਕਿ ਜ਼ਿਆਦਾ ਬਲੀਡਿੰਗ ਹੋਣ ਕਾਰਨ ਇਸ ਦੀ ਮੌਤ ਹੋ ਗਈ ਆ। ਮੇਰੀ ਭੈਣ ਸਾਨੂੰ ਛੱਡ ਕੇ ਜਾ ਚੁੱਕੀ ਸੀ। ਮੈਂ ਆਪਣੀ ਗਲਤੀ ਤੇ ਪਛਤਾ ਰਹੀ ਸੀ। ਮੈਂ ਸੋਚ ਰਹੀ ਸੀ ਕਿ ਆਪਣੀ ਮਾਂ ਨੂੰ ਦੱਸਾਂ ਕਿ ਨਾ ਦੱਸਾਂ। ਫਿਰ ਡਾਕਟਰਾਂ ਨੇ ਉਸ ਦਾ ਚੈੱਕਅਪ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਇਸ ਨੇ ਗਰਭਪਾਤ ਦੀਆਂ ਗੋਲੀਆਂ ਖਾਧੀਆਂ ਹਨ, ਜਿਸ ਕਾਰਨ ਇਸ ਦੀ ਮੌਤ ਹੋਈ ਹੈ। ਮੈਂ ਸੁਣ ਕੇ ਬਿਲਕੁਲ ਚੁੱਪ ਹੋ ਗਈ, ਕਿਉਂਕਿ ਮੈਨੂੰ ਡਰ ਲੱਗ ਰਿਹਾ ਸੀ ਜੇ ਮੈਂ ਆਪਣੀ ਮਾਂ ਨੂੰ ਇਹ ਦੱਸਿਆ ਕਿ ਗੋਲੀਆਂ ਮੈਂ ਦਿੱਤੀਆਂ ਤਾਂ ਮੈਨੂੰ ਮੇਰੀ ਮਾਂ ਛੱਡੇਗੀ ਨਹੀਂ। ਫਿਰ ਉਸ ਤੋਂ ਬਾਅਦ ਮੈਂ ਤੇ ਮੇਰੀ ਮਾਂ ਭੈਣ ਦੀ ਡੈੱਡ ਬਾਡੀ ਲੈ ਕੇ ਘਰ ਆ ਗਈਆਂ। ਉਸ ਦਾ ਸੰਸਕਾਰ ਕਰ ਦਿੱਤਾ ਗਿਆ। ਫਿਰ ਹੌਲੀ ਹੌਲੀ ਮੈਨੂੰ ਰਾਤ ਨੂੰ ਨੀਂਦ ਆਉਣੀ ਬੰਦ ਹੋ ਗਈ। ਇਸ ਸੋਚ ਕੇ ਹੀ ਕਿ ਮੈਂ ਆਪਣੀ ਭੈਣ ਨੂੰ ਮਾਰ ਦਿੱਤਾ। ਫਿਰ ਇੱਕ ਦਿਨ ਮੈਂ ਸੋਚਿਆ ਕਿ ਜੋ ਹੋਵੇਗਾ ਦੇਖਿਆ ਜਾਵੇਗਾ। ਬੈਠੀ ਨੇ ਆਪਣੀ ਮਾਂ ਨੂੰ ਸਭ ਸੱਚ ਦੱਸ ਦਿੱਤਾ ਕਿ ਮੈਂ ਹੀ ਉਸ ਨੂੰ ਦੁੱਧ ਵਿੱਚ ਘੋਲ ਕੇ ਗਰਭਪਾਤ ਦੀ ਦਵਾਈ ਦਿੱਤੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਤਾਂ ਮੇਰੀ ਮਾਂ ਨੇ ਮੇਰੇ ਖਿੱਚ ਕੇ ਚਪੇੜ ਮਾਰੀ ਤੇ ਕਿਹਾ ਕਿ ਤੈਨੂੰ ਇਹ ਸਭ ਕਰਨ ਦੀ ਕੀ ਲੋੜ ਸੀ। ਆਪਾਂ ਡਾਕਟਰ ਕੋਲ ਜਾ ਕੇ ਵੀ ਉਸ ਦਾ ਗਰਭਪਾਤ ਕਰਵਾ ਸਕਦੇ ਸੀ। ਤੈਨੂੰ ਖੁਦ ਡਾਕਟਰ ਬਣਨ ਦੀ ਕੀ ਲੋੜ ਸੀ। ਉਸ ਤੋਂ ਬਾਅਦ ਮੇਰੀ ਮਾਂ ਨੇ ਮੈਨੂੰ ਬੁਲਾਉਣਾ ਛੱਡ ਦਿੱਤਾ ਤੇ ਥੋੜ੍ਹੇ ਟਾਈਮ ਬਾਅਦ ਹੀ ਮੇਰਾ ਵਿਆਹ ਕਰ ਦਿੱਤਾ। ਮੇਰੀ ਮਾਂ ਕਦੇ ਵੀ ਮੇਰੇ ਸਹੁਰੇ ਘਰ ਨਹੀਂ ਆਈ। ਹੁਣ ਤੁਸੀਂ ਹੀ ਦੱਸੋ ਕਿ ਮੈਂ ਆਪਣੀ ਮਾਂ ਨੂੰ ਕਿਵੇਂ ਮਨਾਵਾਂ। ਮੈਂ ਮੰਨਦੀ ਹਾਂ ਗਲਤੀ ਤਾਂ ਮੇਰੇ ਤੋਂ ਹੋਈ ਹੈ। ਮੈਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੈ, ਪਰ ਮੈਂ ਜਾਣ-ਬੁੱਝ ਕੇ ਕੁਝ ਨਹੀਂ ਕੀਤਾ ਸੀ। ਇਹ ਸਿਰਫ ਮੈਂ ਹੀ ਜਾਣਦੀ ਹਾਂ ਕਿ ਮੈਂ ਬੇਕਸੂਰ ਹਾਂ, ਪਰ ਮੈਂ ਆਪਣੇ ਆਪ ਨੂੰ ਕਦੇ ਵੀ ਮਾਫ਼ ਨਹੀਂ ਕਰ ਸਕਦੀ। ਦੋਸਤੋ, ਇਹ ਸੀ ਅੱਜ ਦੀ ਕਹਾਣੀ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਰੂਹਾਨੀ ਸੋਚ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਜ਼ਰੂਰ ਲਾਈਕ ਤੇ ਸ਼ੇਅਰ ਕਰਨਾ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨਾ। ਧੰਨਵਾਦ।